ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਖਬਰ ਪੜਤਾਲ, ਜਿਸ ਵਿੱਚ ਆਪਾਂ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਦੇ ਉੱਪਰ ਅਕਸਰ ਚਰਚਾ ਕਰਦੇ ਹਾਂ। ਤੇ ਹਰ ਵਾਰ ਦੀ ਤਰ੍ਹਾਂ ਚਰਚਾ ਕਰਨ ਲਈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਜੀ। ਸੋ ਖਾਸ ਤੌਰ ਤੇ ਅੱਜ ਸ਼ੋਅ ਦੇ ਵਿੱਚ ਜੋ ਹੈ ਆਪਾਂ ਗੱਲ ਕਰਨੀ ਹੈ ਸੰਗਰੂਰ ਜ਼ਿਮਨੀ ਚੋਣ ਦੀ, ਕਿਉਂਕਿ ਸਾਰੀ ਸਿਆਸੀ ਪਾਰਟੀਆਂ ਦੇ ਲਈ ਸੰਗਰੂਰ ਜ਼ਿਮਨੀ ਚੋਣ ਵਕਾਰ ਦਾ ਸਵਾਲ ਬਣੀ ਹੋਈ ਹੈ। ਦਿਨ ਕੁਝ ਹੀ ਰਹਿ ਗਏ ਨੇ, ਸਾਰੀ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਨੇ। ਕੁਝ ਸਮਾਂ ਪਹਿਲਾਂ ਤੱਕ ਭਾਵੇਂ ਕਿ ਆਮ ਆਦਮੀ ਪਾਰਟੀ ਸਭ ਨੂੰ ਹਲਕੇ ਵਿੱਚ ਲੈ ਰਹੀ ਸੀ, ਪਰ ਗੱਲ ਅੱਜ ਕਰਾਂਗੇ ਕਿੰਨੀ ਕੁ ਐਕਟਿਵ ਜ਼ਿਆਦਾ ਨਜ਼ਰ ਆ ਰਹੀ ਆਮ ਆਦਮੀ ਪਾਰਟੀ। ਗੱਲ ਕਰਾਂਗੇ ਕਿਸ ਕਾਂਗਰਸ ਦੇ ਇੱਕ ਹੋਰ ਲੀਡਰ ਦੇ ਉੱਪਰ, ਸਾਬਕਾ ਐਮਐਲਏ ਦੇ ਉੱਪਰ ਜਿਹੜੀ ਕਾਰਵਾਈ ਵਧਾਈ ਗਈ ਹੈ। ਗੱਲ ਕਰਾਂਗੇ ਸਿਮਰਨਜੀਤ ਮਾਨ ਵੱਲੋਂ ਜੋ ਰੋਡ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ। ਸਾਰੀ ਚਰਚਾਵਾਂ ਕਰਾਂਗੇ, ਨਾਲ ਦੀ ਨਾਲ ਅਗਨੀਪਥ ਯੋਜਨਾ ਉੱਪਰ ਕੀ ਤਾਜ਼ਾ ਅਪਡੇਟ ਹੈ, ਕਿਸ ਤਰੀਕੇ ਨਾਲ ਸੰਗਰੂਰ ਜ਼ਿਮਨੀ ਚੋਣ ਵਿੱਚ ਵੀ ਇਸ ਦਾ ਘਾਟਾ ਬੀਜੇਪੀ ਨੂੰ ਪੈਂਦਾ ਦਿਖ ਸਕਦਾ ਹੈ। ਸ਼ੁਰੂਆਤ ਕਰਦੇ ਹਾਂ ਡੱਲਾ ਜੀ ਆਮ ਆਦਮੀ ਪਾਰਟੀ ਤੋਂ। ਇੱਕਦਮ ਫਿਰ ਤੋਂ ਸਰਗਰਮੀ ਵਧਾ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ, ਭਗਵੰਤ ਮਾਨ ਵੱਲੋਂ। ਕਿਵੇਂ ਦੇਖਦੇ ਹੋ, ਕਿੰਨਾ ਕੁ ਅਸੀਂ ਸਾਰੇ ਜਾਣਦੇ ਹਾਂ ਕਿ ਮੁਕਾਬਲਾ ਬਹੁਤ ਤਗੜਾ ਹੋਣ ਵਾਲਾ ਹੈ, ਕੁਝ ਵੀ ਹਲੇ ਸਾਫ਼ ਨਹੀਂ ਹੈ। ਆਮ ਆਦਮੀ ਪਾਰਟੀ ਦੀ ਤਸਵੀਰ ਕਿਵੇਂ ਦੀ ਦਿਖਦੀ ਹੈ? ਦੇਖੋ, ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਹਜੇ ਤੱਕ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਮਨੀ ਚੋਣ 'ਚ ਪ੍ਰਚਾਰ ਕਰਨ ਨਹੀਂ ਆਏ। ਉਹ 15 ਤਰੀਕ ਨੂੰ ਆਏ ਜ਼ਰੂਰ, ਲੇਕਿਨ ਉਸ ਦਿਨ ਵਾਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਉਹ ਵਾਪਸ ਚਲੇ ਗਏ ਕੁਝ ਮੀਟਿੰਗਾਂ ਕਰਕੇ। ਹੁਣ ਬਹੁਤ ਸਾਰੇ ਲੋਕ ਜਿਹੜੇ ਪੋਲੀਟੀਕਲ ਐਕਸਪਰਟ ਨੇ, ਉਹ ਅਕਸਰ ਹੀ ਗੱਲ ਕਰ ਰਹੇ ਨੇ। ਮੈਂ ਜਦੋਂ ਫੋਨ ਤੇ ਗੱਲ ਕਰਦਾ, ਉਹ ਕਹਿੰਦੇ ਅਸੀਂ ਬੜੇ ਹੈਰਾਨ ਆ ਕਿ ਇੰਨੀ ਇੰਪੋਰਟੈਂਟ ਇਹ ਜ਼ਿਮਨੀ ਚੋਣ ਹੈ, ਅਰਵਿੰਦ ਕੇਜਰੀਵਾਲ ਇਸ ਜ਼ਿਮਨੀ ਚੋਣ ਤੇ ਪ੍ਰਚਾਰ ਕਰਨ ਕਿਉਂ ਨਹੀਂ ਆਏ। ਹੁਣ ਇਹਦੇ ਪਿੱਛੇ ਕਈ ਤਰ੍ਹਾਂ ਦੇ ਤਰਕ ਨੇ। ਤੁਸੀਂ ਦੇਖੋ, 15 ਤਰੀਕ ਤੋਂ ਪਹਿਲਾਂ ਭਗਵੰਤ ਮਾਨ ਵੀ ਬਹੁਤ ਜ਼ਿਆਦਾ ਸਾਨੂੰ ਉੱਥੇ ਸਰਗਰਮ ਨਹੀਂ ਆਏ, ਔਰ ਹੁਣ ਭਗਵੰਤ ਮਾਨ ਨੇ ਡੇਰਾ ਜ਼ਰੂਰ ਲਾਇਆ ਸੰਗਰੂਰ 'ਚ। ਔਰ ਹੁਣ ਜਿਹੜੀਆਂ ਖਬਰਾਂ ਨੇ, ਸੰਗਰੂਰ 'ਚ ਕੰਡੇਦਾਰ ਟੱਕਰ ਹੈ, ਫਸਮਾ ਮੁਕਾਬਲਾ ਹੈ, ਔਰ ਕਿਸੇ ਧਿਰ ਦੀ ਹਵਾ ਨਹੀਂ। ਦੇਖੋ, ਇਹ ਆਪਣੇ ਆਪ ਦੇ ਵਿੱਚ ਜਿਹੜੀ ਸਥਿਤੀ ਹੈ, ਜਿਹੜੀ ਆਮ ਆਦਮੀ ਪਾਰਟੀ ਜਿਹੜੀ 92 ਸੀਟਾਂ ਲੈ ਗਈ ਸੀ 3 ਮਹੀਨੇ ਪਹਿਲਾਂ, ਜਿਹਦੇ ਬਾਰੇ ਸ਼ੁਰੂਆਤ 'ਚ ਲੋਕ ਕਹਿੰਦੇ ਸੀ ਵੀ ਸੰਗਰੂਰ ਜ਼ਿਮਨੀ ਚੋਣ ਤਾਂ ਜਿਹੜੀ ਸੱਤਾ ਧਿਰ ਹੁੰਦੀ ਹੈ ਉਹ ਜਿੱਤ ਜਾਂਦੀ ਹੁੰਦੀ ਹੈ। ਤੇ ਅੱਜ ਸਥਿਤੀਆਂ ਇਹ ਨੇ ਕਿ ਭਗਵੰਤ ਮਾਨ ਜੀ ਰੋਡ ਸ਼ੋਅ ਲਗਾਤਾਰ ਕਰ ਰਹੇ ਨੇ, ਉਹਨਾਂ ਦੇ ਸਾਰੇ ਐਮਐਲਏ ਉੱਥੇ ਆ ਗਏ ਨੇ। ਚੰਡੀਗੜ੍ਹ ਜਿਹੜਾ ਸੈਕਟਰੀਏਟ ਹੈ ਉਹ ਸੁੰਨਾ ਹੋ ਗਿਆ, ਜ਼ਿਆਦਾਤਰ ਮੰਤਰੀ ਸੰਗਰੂਰ ਆ ਗਏ ਨੇ। 6, 7, 8 ਮੰਤਰੀਆਂ ਦੀ ਡਿਊਟੀ ਇੱਥੇ ਲੱਗੀ ਹੈ, ਸਾਰੇ ਵਿਧਾਇਕ ਇੱਥੇ ਸਰਗਰਮ ਨੇ। ਸੋ ਇੱਕ ਤਰੀਕੇ ਨਾਲ ਪੂਰੀ ਸਰਕਾਰ ਹੈ ਜਿਹੜੀ ਇਸ ਵਕਤ ਸੰਗਰੂਰ 'ਚ ਆ ਗਈ ਹੈ। ਚੋਣ ਜ਼ਾਬਤਾ ਲੱਗ ਗਿਆ ਸੰਗਰੂਰ 'ਚ, ਸਰਕਾਰ ਐਲਾਨ ਕੋਈ ਨਹੀਂ ਕਰ ਸਕਦੀ। ਹੁਣ ਲੋਕ ਬਾਰ-ਬਾਰ ਸਵਾਲ ਪੁੱਛਦੇ ਨੇ ਵੀ ਤੁਸੀਂ ਤਾਂ ਖਾਤਿਆਂ 'ਚ 1-1000 ਰੁਪਇਆ ਪਾਉਣਾ ਸੀ, ਉਹਦੀ ਗੱਲ ਹੀ ਨਹੀਂ ਕੀਤੀ, ਚੁੱਪ ਹੀ ਕਰ ਗਏ। ਫਿਰ ਲੋਕ ਸਵਾਲ ਕਰਦੇ ਨੇ ਵੀ ਤੁਸੀਂ ਤਾਂ ਕਹਿੰਦੇ ਸੀ ਬਿਜਲੀ ਜਮਾ ਹੀ ਮੁਫਤ ਹੋਊਗੀ ਤੇ ਹੁਣ ਤੁਸੀਂ ਸ਼ਰਤਾਂ ਲਾਤੀਆਂ ਬਿਜਲੀ ਤੋਂ। ਫਿਰ ਲੋਕ ਸਵਾਲ ਕਰਦੇ ਨੇ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਬਿਜਲੀ ਸਮਝੌਤੇ ਰੱਦ ਕਰਾਂਗੇ, ਤੇ ਜਿਹੜੇ ਲੋਕ ਪਿਛਲੀਆਂ ਸਰਕਾਰਾਂ ਨੂੰ ਤੁਸੀਂ ਤਾਂ ਕਹਿੰਦੇ ਸੀ ਇਹ ਮਿਲੇ ਹੋਏ ਨੇ, ਬਿਜਲੀ ਸਮਝੌਤੇ ਨਹੀਂ ਰੱਦ ਕਰਦੇ। ਸੋ ਮੈਂ ਵੀਡੀਓ ਦੇਖ ਰਿਹਾ ਸੀ, ਅਮਨ ਅਰੋੜਾ ਨੂੰ ਵੀ ਇੱਕ ਜਗ੍ਹਾ ਤੇ ਜਿਹੜੀਆਂ ਉੱਥੇ ਸਾਡੀਆਂ ਮਹਿਲਾਵਾਂ ਨੇ ਉਹਨਾਂ ਨੇ ਸਵਾਲ ਕੀਤੇ, ਨਾਲ ਉਹਨਾਂ ਦੇ ਕਟਾਰੂ ਕੱਚ ਸਾਹਿਬ ਸੀ। ਮਹਿਲਾਵਾਂ ਨੇ ਇਸ ਗੱਲ ਦਾ ਨਾਰਾਜ਼ਗੀ ਪ੍ਰਗਟ ਕੀਤੀ ਕਿ ਤੁਸੀਂ 1000 ਰੁਪਏ ਦੀ ਗੱਲ ਹੀ ਨਹੀਂ ਕੀਤੀ, ਹੁਣ ਵੀ ਕਦੋਂ ਦਓਗੇ ਕਦੋਂ ਨਹੀਂ ਦਓਗੇ। ਸਰਕਾਰ ਬਣਨ ਤੋਂ ਬਾਅਦ 3 ਮਹੀਨੇ ਤੁਸੀਂ ਚੁੱਪ ਹੀ ਹੋ ਗਏ ਉਹਦੇ ਤੇ। ਹਾਲਾਂਕਿ ਕੇਜਰੀਵਾਲ 15 ਤਰੀਕ ਨੂੰ ਕਹਿ ਗਏ ਵੀ ਮੈਂ ਸਾਰੇ ਵਾਅਦੇ ਪੂਰੇ ਕਰੂੰਗਾ, ਮੈਨੂੰ ਸਮਾਂ ਦਿਓ। ਪਰ ਜਿਹੜੇ ਆਮ ਲੋਕ ਨੇ ਨਾ ਜੀ, ਆਮ ਲੋਕ ਸਿੱਧੀ ਕੀਤੀ ਹੋਈ ਗੱਲ ਨੂੰ ਸਮਝਦੇ ਨੇ, ਐਲਾਨ ਕੀਤੇ ਹੋਏ ਨੂੰ ਸਮਝਦੇ ਨੇ। ਭਗਵੰਤ ਮਾਨ ਨੇ ਕਿੰਨੇ ਮਸਲਿਆਂ ਤੇ ਵੀਡੀਓ ਬਣਾ ਕੇ ਪਾਈ ਹੈ। ਇੱਕ ਵੀਡੀਓ ਭਗਵੰਤ ਮਾਨ ਜੀ ਇਹ ਵੀ ਪਾ ਦਿੰਦੇ ਵੀ ਅਸੀਂ 1000 ਰੁਪਇਆ ਦੇਵਾਂਗੇ, ਸਾਨੂੰ 6 ਮਹੀਨੇ ਦਾ ਸਮਾਂ ਦਿਓ, ਸਾਨੂੰ 1 ਸਾਲ ਦਾ ਸਮਾਂ ਦਿਓ। ਵੀਡੀਓ ਨਹੀਂ ਉਹਨਾਂ ਨੇ ਪਾਈ। ਸੋ ਹੁਣ ਇਹ ਮੁੱਦੇ ਬਣੇ ਹੋਏ ਨੇ ਉੱਥੇ ਸੰਗਰੂਰ ਦੇ ਵਿੱਚ, ਇਸੇ ਕਰਕੇ ਜਿਹੜੀਆਂ ਗੁਪਤ ਰਿਪੋਰਟਾਂ ਆਮ ਆਦਮੀ ਪਾਰਟੀ ਨੂੰ ਜਾਂਦੀਆਂ ਸੀ ਸੰਗਰੂਰ ਤੋਂ, 1 ਮਹੀਨਾ ਤੱਕ ਤਾਂ ਇਹ ਗੱਲ ਸੀ ਕਿ ਆਮ ਆਦਮੀ ਪਾਰਟੀ ਵੀ ਅਸੀਂ ਇਹ ਸੀਟ ਸਾਡੀ ਹੈ, ਸਾਡੀ ਝੋਲੀ 'ਚ ਪੈਣੀ ਹੈ, ਉਹ ਪੂਰੇ ਕੌਨਫੀਡੈਂਟ ਸੀ। ਫਿਰ 28 ਤਰੀਕ ਨੂੰ 29 ਤਰੀਕ ਨੂੰ ਜੋ ਕੁਝ ਵਾਪਰਿਆ, ਸਿੱਧੂ ਮੂਸੇਵਾਲੇ ਦਾ ਮਾਮਲਾ, ਉਹਦੇ ਨਾਲ ਜਿਹੜੀਆਂ ਜਨ ਭਾਵਨਾਵਾਂ ਸੀ ਉਹ ਇੱਕ ਵਾਰੀ ਫੇਰ ਸੋਚਣ ਤੇ ਮਜਬੂਰ ਹੋ ਗਈਆਂ ਲੈਂਡ ਆਰਡਰ ਦੀ ਗੱਲ ਨੂੰ, ਕਾਲਪਣੇ 'ਚ ਸਰਕਾਰ ਵੱਲੋਂ ਕੀਤੇ ਗਏ ਫੈਸਲਿਆਂ ਨੂੰ, ਉਹਨਾਂ ਫੈਸਲਿਆਂ ਦੇ ਪ੍ਰਚਾਰ ਨੂੰ। ਔਰ ਹੁਣ ਸਥਿਤੀ ਇਹ ਹੈ ਵੀ ਕੱਲ ਪਰਸੋਂ ਦੀ ਇੱਕ ਹੋਰ ਵੀਡੀਓ ਵਾਇਰਲ ਹੈ ਜਿਹਦੇ 'ਚ
ਭਗਵੰਤ ਮਾਨ ਦਾ ਪੋਲੀਟੀਕਲ ਵਿਰੋਧ ਕੀਤਾ ਜਾ ਰਿਹਾ। ਸੁਖਪਾਲ ਖਹਿਰਾ ਨੇ ਵੀ ਕਰਤਾ ਸੀ। ਸੁਖਪਾਲ ਖਹਿਰਾ ਪਰਸੋਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਗਏ ਸੀ। ਸੁਖਪਾਲ ਖਹਿਰਾ ਕਹਿੰਦੇ ਵੀ ਭਗਵੰਤ ਮਾਨ ਦੇ ਰੋਡ ਸ਼ੋਅ 'ਚ ਰਸ਼ ਹੈ ਨਹੀਂ। ਹਾਲਾਂਕਿ ਭਗਵੰਤ ਮਾਨ ਥਾਂ ਤੇ ਕਰਪਸ਼ਨ ਦਾ ਮਾਮਲਾ ਉਜਾਗਰ ਕਰ ਰਹੇ ਨੇ। ਹੁਣ ਕੁੱਲ ਮਿਲਾ ਕੇ ਜਿਹੜੀ ਸੀਟ ਹੈ ਹਰਜੋਤ ਜੀ ਸੰਗਰੂਰ ਦੀ, ਇਹ ਪੂਰੀ ਤਰ੍ਹਾਂ ਨਾਲ ਫਸੀ ਹੋਈ ਸੀਟ ਹੈ। ਇੱਥੇ ਗਹਿ-ਗੱਚ ਮੁਕਾਬਲਾ ਹੈ। ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਬੀਜੇਪੀ ਹੋਵੇ, ਸਿਮਰਨਜੀਤ ਸਿੰਘ ਮਾਨ ਹੋਣ ਜਾਂ ਆਮ ਆਦਮੀ ਪਾਰਟੀ। ਹੁਣ ਸਾਰੀਆਂ ਪਾਰਟੀਆਂ ਨੂੰ ਇਹ ਪਤਾ ਲੱਗ ਗਿਆ ਕਿ ਪੂਰਾ ਜ਼ੋਰ ਲੱਗਣਾ ਹੈ। ਇਹ ਸੀਟ ਘਰ ਬੈਠੇ ਜਿੱਤ ਨਹੀਂ ਹੋਣੀ। ਸਾਰੀਆਂ ਪਾਰਟੀਆਂ ਦੇ ਸਾਰੇ ਵੱਡੇ ਛੋਟੇ ਲੀਡਰ ਇਸ ਵਕਤ ਮੈਦਾਨ ਦੇ ਵਿੱਚ ਹੈ। ਔਰ ਕੇਜਰੀਵਾਲ ਹਜੇ ਨਹੀਂ ਆਏ। ਕੇਜਰੀਵਾਲ ਕਿਉਂਕਿ ਪਹਿਲਾਂ ਹਮੇਸ਼ਾ ਭਗਵੰਤ ਮਾਨ ਦੀ ਸੀਟ ਤੇ ਪ੍ਰਚਾਰ ਕਰਦੇ ਰਹੇ ਨੇ। ਔਰ ਇੱਕ ਫਰਕ ਹੋਰ ਵੀ ਹੈ, ਹੁਣ ਤੱਕ ਲੋਕ ਸੰਗਰੂਰ 'ਚ ਭਗਵੰਤ ਮਾਨ ਨੂੰ ਵੋਟ ਪਾਉਂਦੇ ਰਹੇ ਨੇ ਕਿਉਂਕਿ ਭਗਵੰਤ ਮਾਨ ਉਹਨਾਂ ਦੇ MP ਦਾ ਚਿਹਰਾ ਹੁੰਦਾ ਸੀ। ਇਸ ਵਾਰ ਸੰਗਰੂਰ 'ਚ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਬਾਅਦ ਉਮੀਦਵਾਰ ਨਹੀਂ ਹੈ। ਮੁੱਖ ਮੰਤਰੀ ਜ਼ਰੂਰ ਨੇ ਭਗਵੰਤ ਮਾਨ, ਪਰ ਉਹ ਉਮੀਦਵਾਰ ਨਹੀਂ ਹੈ। ਔਰ ਲੋਕ ਜਦੋਂ ਵੋਟ ਪਾਉਂਦੇ ਨੇ ਪਾਰਲੀਮੈਂਟ ਲਈ ਤੇ ਉਹ ਉਮੀਦਵਾਰ ਵਾਲੇ ਵੀ ਦੇਖਦੇ ਨੇ ਕਿ ਕਿਹੜਾ ਉਮੀਦਵਾਰ ਕਿੰਨਾ ਕੁ ਤਕੜਾ ਹੈ। ਔਰ ਜਿਹੜੇ ਗੁਰਮੇਲ ਨੇ ਉਹਨਾਂ ਦੀ ਭਾਸ਼ਣ ਕਰਨ ਦੀ ਸ਼ੈਲੀ ਜਾਂ ਲੋਕਾਂ ਨਾਲ ਕਨੈਕਟ ਹੋਣ ਦੀ ਸ਼ੈਲੀ ਭਗਵੰਤ ਮਾਨ ਵਰਗੀ ਨਹੀਂ ਹੈ। ਭਗਵੰਤ ਮਾਨ ਬਹੁਤ ਵੱਡੇ ਤਰੀਕੇ ਦੇ ਨਾਲ ਦੂਸਰੀਆਂ ਪੋਲੀਟੀਕਲ ਪਾਰਟੀਆਂ ਤੇ ਹਮਲਾ ਕਰਦੇ ਸੀ, ਭਾਵੇਂ ਸੁਖਬੀਰ ਬਾਦਲ ਹੈ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ, ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ। ਔਰ ਸਿਆਸੀ ਤੌਰ ਤੇ ਹਾਸਾ ਮਜ਼ਾਕ ਕਰਕੇ ਭਗਵੰਤ ਮਾਨ ਲੋਕਾਂ ਨੂੰ ਅਹਿਸਾਸ ਕਰਾਉਂਦੇ ਸੀ ਮੈਂ ਇੱਕ ਸਾਦਾ ਵਿਅਕਤੀ ਹਾਂ। ਔਰ ਜਿਹੜਾ ਗਾਣਾ ਲਾਉਂਦੇ ਹੁੰਦੇ ਸੀ ਉਹ ਦੱਬਦਾ ਕਿੱਥੇ ਹੈ, ਉਹਦੇ ਨਾਲ ਉਹ ਨੌਜਵਾਨਾਂ ਨੂੰ ਆਪਣੇ ਨਾਲ ਕਨੈਕਟ ਕਰ ਲੈਂਦੇ ਸੀ ਵੀ ਇੱਕ ਇਮਾਨਦਾਰ ਲੀਡਰ ਹੈ, ਇਹਨੂੰ ਦਬਾਉਣ ਨੂੰ ਫਿਰਦੇ ਆ ਸਾਰੇ। ਹੁਣ ਉਹ ਚੀਜ਼ਾਂ ਆਮ ਆਦਮੀ ਪਾਰਟੀ ਦੇ ਪ੍ਰਚਾਰ 'ਚ ਨਹੀਂ ਹੈ। ਨਾ ਭਗਵੰਤ ਮਾਨ ਉਸ ਗਾਣੇ ਤੇ ਡਾਂਸ ਕਰ ਸਕਦੇ ਆ ਹੱਥ 'ਚ ਮਾਈਕ ਫੜ ਕੇ। ਔਰ ਜਦੋਂ ਭਗਵੰਤ ਮਾਨ ਕੈਂਡੀਡੇਟ ਸੀ ਮੈਂ ਦੇਖਦਾ ਸੀ ਕੌਮੀ ਮੀਡੀਆ ਵੀ ਸੰਗਰੂਰ ਦੀ ਲੋਕ ਸਭਾ ਚੋਣ ਨੂੰ ਕਵਰ ਕਰਦਾ ਸੀ। ਹੁਣ ਕੌਮੀ ਮੀਡੀਆ ਦੇ ਵਿੱਚ ਕੋਈ ਬਹੁਤ ਵੱਡੀ ਹਲਚਲ ਨਹੀਂ ਹੈ ਸੰਗਰੂਰ ਦੀ ਲੋਕ ਸਭਾ ਸੀਟ। ਇਹਨਾਂ ਸਾਰੀਆਂ ਚੀਜ਼ਾਂ ਨੇ, ਮੈਂ ਹੁਣ ਅਖਬਾਰ ਪੜ੍ਹ ਰਿਹਾ ਸੀ ਹਰਜੋਤ ਜੀ, ਅਖਬਾਰ ਕਹਿੰਦੇ ਆ ਵੀ ਸੰਗਰੂਰ ਦੇ ਲੋਕ ਹੀ ਬੜੇ ਉਦਾਸੀਨ ਹੈ ਇਹ ਜ਼ਿਮਨੀ ਚੋਣ ਨੂੰ ਲੈ ਕੇ। ਇੱਕ ਝੋਨੇ ਦਾ ਸੀਜ਼ਨ ਹੈ, ਇੱਕ ਝੋਨਾ ਬੀਜਿਆ, ਝੋਨਾ ਲਾਇਆ ਜਾ ਰਿਹਾ, ਝੋਨੇ ਦਾ ਸੀਜ਼ਨ ਹੈ। 14 ਤਰੀਕ ਤੋਂ 15 ਤਰੀਕ ਤੋਂ ਝੋਨਾ ਲੱਗਣਾ ਸ਼ੁਰੂ ਹੋ ਗਿਆ। ਲੋਕ ਕਿਸਾਨ ਉਧਰ ਵੀ ਰੁੱਝੇ ਹੋਏ ਨੇ। ਫਿਰ ਇੱਕ ਹੋਰ ਬਹੁਤ ਵੱਡਾ ਫੈਕਟਰ ਹੈ ਬਿਜਲੀ ਦੀ ਕਮੀ। ਪੰਜਾਬ ਦੇ ਵਿੱਚ ਬਹੁਤ ਵੱਡੇ ਬਿਜਲੀ ਦੇ ਕੱਟ ਲੱਗ ਰਹੇ ਨੇ। ਗਰਮੀ ਸਿਖਰਾਂ ਤੇ ਹੈ। ਔਰ ਜਿਹੜੀ ਸਰਕਾਰ ਮੁਫਤ ਬਿਜਲੀ ਦਾ ਵਾਅਦਾ ਕਰਕੇ ਆਈ ਹੋਵੇ, 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕਰਕੇ ਆਈ ਹੋਵੇ ਤੇ ਬਿਜਲੀ ਦੇ ਕੱਟ ਲੱਗ ਰਹੇ ਹੋਣ, ਇਹ ਵੀ ਆਮ ਆਦਮੀ ਪਾਰਟੀ ਦੇ ਗੱਲ ਬਹੁਤੀ ਹੱਕ 'ਚ ਨਹੀਂ ਜਾਂਦੀ। ਇਸ ਕਰਕੇ ਕਾਫੀ ਵੱਡੀ ਚੁਣੌਤੀ ਹੈ ਜਿਹੜੀ ਸੰਗਰੂਰ 'ਚ ਬਣੀ ਹੈ। ਹਾਲਾਂਕਿ ਭਗਵੰਤ ਮਾਨ ਪੂਰਾ ਜ਼ੋਰ ਲਾ ਰਹੇ ਨੇ। ਕੱਲ ਉਹਨਾਂ ਨੇ ਵਪਾਰੀਆਂ ਨਾਲ ਮੁਲਾਕਾਤ ਕੀਤੀ, ਕਈ ਜਗ੍ਹਾ ਤੇ ਭਗਵੰਤ ਮਾਨ ਨੇ ਰੋਡ ਸ਼ੋਅ ਕੀਤੇ। ਉਹਨਾਂ ਨੇ ਜਿੱਥੇ ਚਰਨਜੀਤ ਚੰਨੀ ਵੀ ਖੜੇ ਸੀ ਜਾ ਕੇ ਭਦੌੜ 'ਚ ਰੋਡ ਸ਼ੋਅ ਕੀਤਾ, ਉਹਨਾਂ ਨੇ ਸੰਗਰੂਰ 'ਚ ਰੋਡ ਸ਼ੋਅ ਕੀਤਾ। ਸੋ ਇਸ ਕਰਕੇ ਹੁਣ ਭਗਵੰਤ ਮਾਨ ਦਾ ਪੂਰਾ ਜ਼ੋਰ ਲੱਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਇਹ ਸੀਟ ਬਰਕਰਾਰ ਰਵੇ। ਕਿਉਂਕਿ ਅਗਰ ਇਹ ਸੀਟ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਜਾਂਦੀ ਹੈ ਹਰਜੋਤ ਜੀ, ਫੈਸਲਾ ਤਾਂ ਲੋਕਾਂ ਨੇ ਕਰਨਾ, 26 ਤਰੀਕ ਨੂੰ ਆ ਜਾਣਾ। ਜੇ ਸੀਟ ਹੱਥੋਂ ਨਿਕਲ ਜਾਂਦੀ ਹੈ ਆਮ ਆਦਮੀ ਪਾਰਟੀ ਦੇ, ਇਹ ਇੱਕ ਬਹੁਤ ਵੱਡਾ ਪੰਜਾਬ 'ਚ ਨਵਾਂ ਸਿਆਸੀ ਬਦਲਾਅ ਆ ਜਾਊਗਾ। ਇਹ ਪਹਿਲੀ ਵਾਰੀ ਹੋਏਗਾ ਕਿ ਐਡੀ ਵੱਡੀ ਮੈਜੋਰਿਟੀ ਤੋਂ ਬਾਅਦ 92 ਸੀਟਾਂ, ਇਤਿਹਾਸਕ ਜਿੱਤ ਤੋਂ ਬਾਅਦ ਕੋਈ ਪਾਰਟੀ 3 ਮਹੀਨਿਆਂ ਦੇ ਵਿੱਚ ਆਪਣੀ ਸੀਟ ਅਗਰ ਗਵਾਉਂਦੀ ਹੈ ਤਾਂ, ਜੇ ਗਵਾਉਂਦੀ ਹੈ ਤਾਂ ਸੋ ਔਰ ਇਹ ਜਿੱਤ ਹਾਰ ਹੈ ਜਿਹੜੀ ਇਹ ਭਗਵੰਤ ਮਾਨ ਦੇ ਪੋਲੀਟੀਕਲ ਕੱਦ ਨਾਲ ਜੁੜ ਗਈ। ਜੇ ਤਾਂ ਇਹ ਸੀਟ ਆਮ ਆਦਮੀ ਪਾਰਟੀ ਜਿੱਤ ਗਈ, ਭਗਵੰਤ ਮਾਨ ਦਾ ਕੱਦ ਹੋਰ ਵੱਡਾ ਹੋ ਕੇ ਨਿਕਲੇਗਾ। ਔਰ ਅਗਰ ਇਹ ਸੀਟ ਭਗਵੰਤ ਮਾਨ ਨਹੀਂ ਜਿੱਤ ਸਕਦੇ ਤੇ ਫਿਰ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਦੀ ਲੀਡਰਸ਼ਿਪ ਨੂੰ ਵੀ ਚੁਣੌਤੀ ਆਉਣ ਵਾਲੇ ਸਮੇਂ 'ਚ ਦਿੱਤੀ ਜਾਊਗੀ। ਮੈਂ ਹੈਰਾਨ ਹਾਂ ਕਿ ਦਿੱਲੀ ਦੀ ਲੀਡਰਸ਼ਿਪ, ਵੱਡੇ ਲੀਡਰ ਰਾਘਵ ਚੱਡਾ ਇੱਥੇ ਜ਼ਿਆਦਾ ਸਰਗਰਮੀ ਨਾਲ ਨਜ਼ਰ ਨਹੀਂ ਆਏ। ਹੋ ਸਕਦਾ ਹੈ ਅੱਜ ਕੱਲ੍ਹ 'ਚ ਉਹ ਵੀ ਆ ਜਾਣੇ। ਪਤਾ ਲੱਗਿਆ ਕਿ ਹੁਣ ਦਿੱਲੀ ਦੇ ਕਈ ਲੀਡਰ ਨੇ ਜਿਹੜੇ ਉਹ ਕੱਲ ਆਏ ਨੇ। ਔਰ ਕੱਲ ਕਈ ਜਗ੍ਹਾ ਤੋਂ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ 'ਚੋਂ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਵੀ ਕਰਾਇਆ। ਹਾਲੇ ਤੱਕ ਕੁਝ ਦਿਨਾਂ ਤੱਕ ਜ਼ਿਆਦਾ ਸ਼ਮੂਲੀਅਤ ਨਹੀਂ ਸੀ ਕਰਾ ਰਹੇ ਆਮ ਆਦਮੀ ਪਾਰਟੀ ਵਾਲੇ। ਸੋ ਹੁਣ ਸਾਰੀ ਆਮ ਆਦਮੀ ਪਾਰਟੀ ਇਸ ਗੱਲ ਨੂੰ ਮਹਿਸੂਸ ਕਰ ਰਹੀ ਹੈ ਕਿ ਅਸੀਂ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਹਲਕੇ 'ਚ ਨਾ ਲਈਏ। ਇਹ ਬਹੁਤ ਮਹੱਤਵਪੂਰਨ ਚੋਣ ਹੈ। ਇਹ 2024 ਨੂੰ ਲੈ ਕੇ ਵੀ ਬਹੁਤ ਮਹੱਤਵਪੂਰਨ ਚੋਣ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੜੇ ਦਿਲਚਸਪ ਸਮੀਕਰਨ ਹਰਜੋਤ ਜੀ ਇਸ ਸੀਟ ਤੇ ਸਾਨੂੰ ਦੇਖਣ ਨੂੰ ਮਿਲਣਗੇ।
ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਤੇ ਜਿਵੇਂ ਕਿ ਵਿਰੋਧੀ ਪਾਰਟੀਆਂ ਵੱਲੋਂ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਤਾਂ ਫਲॉप ਸ਼ੋਅ ਕਰਾਰ ਦਿੱਤਾ ਹੀ ਸੀ, ਪਰ ਹੁਣ ਜੋ ਸਿਮਰਨਜੀਤ ਮਾਨ ਵੱਲੋਂ ਵੀ ਰੋਡ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ, ਕੀ ਲੱਗਦਾ ਹੈ ਕਿ ਰੋਡ ਸ਼ੋਅ ਦੇ ਨਾਲ ਵਾਕਈ ਫਰਕ ਪੈਂਦਾ ਨਜ਼ਰ ਆਏਗਾ, ਕਿਉਂਕਿ ਚੋਣਾਂ ਨੂੰ ਵੀ ਕੁਝ ਹੀ ਦਿਨ ਬਾਕੀ ਨੇ। ਸੋ ਆਪਣੀ ਤਾਕਤ ਦਿਖਾਣੀ ਰੋਡ ਸ਼ੋਅ ਦੇ ਨਾਲ ਕਿੰਨਾ ਕੁ ਫਾਇਦੇਮੰਦ ਸਾਬਿਤ ਹੋਏਗਾ ਸਿਮਰਨਜੀਤ ਮਾਨ ਦੇ ਲਈ? ਹਰਜੋਤ ਜੀ, ਅੱਜ 19 ਤਰੀਕ ਹੈ, ਜੀ ਕੱਲ 20 ਹੈ ਤੇ ਪਰਸੋਂ 21 ਤਰੀਕ ਹੈ, ਔਰ ਪਰਸੋਂ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ। ਸੋ ਜੀ ਅਸੀਂ ਮੰਨੀਏ ਅੱਜ ਦਾ ਦਿਨ, ਕੱਲ ਦਾ ਦਿਨ ਤੇ ਪਰਸੋਂ ਸ਼ਾਮ 5 ਵਜੇ ਤੱਕ, ਸੋ 3 ਦਿਨ ਇਸ ਵਕਤ ਪ੍ਰਚਾਰ ਦੇ ਰਹਿ ਗਏ। ਔਰ ਹੁਣ ਸਾਰੀਆਂ ਪਾਰਟੀਆਂ ਲਗਭਗ ਰੋਡ ਸ਼ੋਅ ਕਰਨਗੀਆਂ, ਕਾਂਗਰਸ ਵਾਲੇ ਵੀ ਕਰਨਗੇ, ਅਕਾਲੀ ਦਲ ਵਾਲੇ ਵੀ ਕਰਨਗੇ, ਇਹ ਕਰਨਾ ਹੀ ਪੈਣਾ, ਨਹੀਂ ਤਾਂ ਘਰ ਘਰ ਜਾ ਕੇ ਪ੍ਰਚਾਰ ਕਰਨਗੇ। ਉਂਝ ਵੀ ਕਿਉਂਕਿ ਸਮਾਂ ਘੱਟ ਮਿਲਿਆ ਇਸ ਵਾਰ ਪ੍ਰਚਾਰ ਨੂੰ, ਕੋਈ ਬਹੁਤ ਵੱਡੀਆਂ ਰੈਲੀਆਂ ਸਾਨੂੰ ਵੇਖਣ ਨੂੰ ਨਹੀਂ ਮਿਲੀਆਂ। ਕੋਵਿਡ ਦੇ ਸਮੇਂ ਤਾਂ ਠੀਕ ਹੈ, ਕੋਵਿਡ ਸੀ ਉਦੋਂ ਤਾਂ ਰੈਲੀਆਂ ਤੇ ਪ੍ਰਤੀਬੰਧ ਸੀ, ਪਰ ਉਦੋਂ ਮੰਗ ਸੀ ਲੋਕਾਂ ਦੀ ਕਿ ਸਾਨੂੰ ਰੈਲੀਆਂ ਕਰਨ ਦਿਓ। ਪਰ ਇਸ ਵਾਰ ਕੋਈ ਵੱਡੀਆਂ ਰੈਲੀਆਂ ਸਾਨੂੰ ਜ਼ਿਆਦਾ ਨਹੀਂ ਦਿਖੀਆਂ। ਔਰ ਦੂਸਰਾ, ਕੁਝ ਫੈਕਟਰ ਨੇ ਜਿਨ੍ਹਾਂ ਨੇ ਇਨਫਲੂਐਂਸ ਕੀਤਾ। ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਾਂ ਜੀ। ਸਿਮਰਨਜੀਤ ਸਿੰਘ ਮਾਨ ਵੀ ਰੋਡ ਸ਼ੋਅ ਕਰ ਰਹੇ ਨੇ। ਪਤਾ ਇਹ ਲੱਗਿਆ ਕਿ ਅੱਜ ਉਹਨਾਂ ਦਾ ਰੋਡ ਸ਼ੋਅ ਹੈ ਜਿਹੜਾ ਉਹ ਭਦੌੜ, ਬਰਨਾਲਾ ਤੇ ਮਹਿਲ ਕਲਾਂ ਦੇ ਵਿੱਚ ਹੈ ਅੱਜ। ਸੋ ਔਰ ਕੱਲ ਅੱਜ 19 ਤਰੀਕ ਹੈ, 20 ਤਰੀਕ ਨੂੰ ਉਹ ਕਰਨਗੇ ਸੰਗਰੂਰ, ਧੂਰੀ ਤੇ ਮਲੇਰਕੋਟਲਾ, ਤੇ 21 ਤਰੀਕ ਨੂੰ ਵੀ ਕਈ ਥਾਵਾਂ ਤੇ ਉਹ ਰੋਡ ਸ਼ੋਅ ਕਰਨਗੇ। ਸੋ ਹੁਣ ਸਿਮਰਨਜੀਤ ਸਿੰਘ ਮਾਨ ਵੀ ਰੋਡ ਸ਼ੋਅ ਕਰਨਗੇ। ਦੇਖੋ, ਜਿਸ ਦਿਨ ਪਹਿਲੇ ਦਿਨ ਰੋਡ ਸ਼ੋਅ ਕੀਤਾ ਭਗਵੰਤ ਮਾਨ ਹੋਣਾ ਨੇ ਤਲਵਾਰ ਦੇ ਉੱਪਰ ਬਿਆਨ ਦਿੱਤਾ ਸੀ ਸਿਮਰਨਜੀਤ ਸਿੰਘ ਮਾਨ ਦੇ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਤਲਵਾਰ ਦੀ ਮਹੱਤਤਾ ਨੂੰ, ਸਿੱਖ ਕੌਮ 'ਚ ਤਲਵਾਰ ਦੀ ਅਹਿਮੀਅਤ ਨੂੰ ਲੈ ਕੇ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਵੀ ਜਾਰੀ ਕੀਤੀ ਹੈ, ਜਿਹਦੇ ਬਹੁਤ ਚਰਚੇ ਆ ਔਰ ਵੀਡੀਓ ਬਹੁਤ ਵਾਇਰਲ ਹੈ, ਜਿਹਦੇ ਵਿੱਚ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹ ਤਲਵਾਰ ਦੀ ਅਹਿਮੀਅਤ ਸਮਝਾਉਂਦੇ ਨਜ਼ਰ ਆ ਰਹੇ ਨੇ ਭਗਵੰਤ ਮਾਨ ਜੀ ਨੂੰ। ਔਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਬੜੀ ਸ਼ਾਲੀਨਤਾ ਦੇ ਨਾਲ ਜੀ ਕਹਿ ਕੇ ਭਗਵੰਤ ਮਾਨ ਹੋਣਾ ਨੂੰ ਸੰਬੋਧਨ ਕੀਤਾ ਉਸ ਵੀਡੀਓ ਦੇ ਵਿੱਚ। ਹੁਣ ਸਿਮਰਨਜੀਤ ਸਿੰਘ ਮਾਨ ਅੱਜ ਵੀ ਰੋਡ ਸ਼ੋਅ ਕਰਨਗੇ, ਕੱਲ ਵੀ ਰੋਡ ਸ਼ੋਅ ਕਰਨਗੇ। ਜਿੱਤ ਕਿਸ ਦੀ ਹੁੰਦੀ ਹੈ 23 ਤਰੀਕ ਤੋਂ ਬਾਅਦ ਪਤਾ ਲੱਗਣਾ ਹੈ। ਪਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਅੱਜ ਦੀ ਸਥਿਤੀ 'ਚ ਅਸੀਂ ਇਸ ਹਲਕੇ 'ਚ, ਸੰਗਰੂਰ ਲੋਕ ਸਭਾ 'ਚ ਹਲਕੇ 'ਚ ਨਹੀਂ ਲੈ ਸਕਦੇ। ਭਾਵੇਂ ਉਹ 7ਵੀਂ ਵਾਰ ਚੋਣ ਲੜ ਰਹੇ ਨੇ, ਇੱਕ ਵਾਰ ਉਹ MP ਵੀ ਰਹੇ 1999 ਦੇ ਵਿੱਚ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਜੀ। ਹੁਣ ਸਵਾਲ ਇੱਥੇ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਕਿਉਂਕਿ 7ਵੀਂ ਵਾਰ ਚੋਣ ਲੜ ਰਹੇ ਨੇ, ਉਹਨਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਅਮਰਗੜ੍ਹ ਤੋਂ ਉਹਨਾਂ ਨੇ ਵਿਧਾਨ ਸਭਾ ਦੀ ਚੋਣ ਲੜੀ ਸੀ, ਜਿੱਥੇ ਉਹ ਦੂਜੇ ਨੰਬਰ ਤੇ ਰਹੇ। ਉਦੋਂ ਦੀਪ ਸਿੱਧੂ ਦੇ ਸਮਰਥਕਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ ਸਿਮਰਨਜੀਤ ਸਿੰਘ ਮਾਨ ਦਾ। ਔਰ ਇਸ ਵਾਰ ਸਿੱਧੂ ਮੂਸੇਵਾਲਾ ਔਰ ਦੀਪ ਸਿੱਧੂ ਨੂੰ ਚਾਹਣ ਵਾਲੇ ਜਿਹੜੇ ਨੌਜਵਾਨ ਨੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰ ਰਹੇ ਨੇ। ਲੱਖਾ ਸਿਧਾਣਾ ਵੀ ਸਿਮਰਨਜੀਤ ਸਿੰਘ ਮਾਨ ਦਾ ਪ੍ਰਚਾਰ ਕਰ ਰਹੇ ਨੇ। ਔਰ ਸਿਮਰਨਜੀਤ ਸਿੰਘ ਮਾਨ ਵੀ ਕਾਫੀ ਸਰਗਰਮੀ ਦੇ ਨਾਲ ਹਲਕੇ 'ਚ ਵਿਚਰ ਰਹੇ ਨੇ। ਔਰ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਾਂ ਜੀ, ਜਿਵੇਂ ਸਿੱਧੂ ਮੂਸੇਵਾਲੇ ਦੇ ਮਾਮਲੇ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਚੁਣੌਤੀ ਪੇਸ਼ ਕੀਤੀ ਹੈ, ਇਸੇ ਤਰ੍ਹਾਂ ਜਿਹੜਾ ਮਾਮਲਾ ਆ ਗਿਆ, ਜਿਹੜਾ ਅਗਨੀਪਥ ਸਕੀਮ ਹੈ, ਅਗਨੀਵੀਰਾਂ ਦੀ ਫੌਜ ਦੇ ਸੈਨਿਕਾਂ ਦੀ ਨਿਯੁਕਤੀ, ਇਸ ਮਾਮਲੇ ਦਾ ਨਿਰੰਤਰ ਵਿਰੋਧ ਕਰ ਰਹੀਆਂ ਨੇ ਵਿਰੋਧੀ ਪਾਰਟੀਆਂ ਜੀ। ਹਾਲਾਂਕਿ ਦੇਖੋ, ਮੈਂ ਨਿੱਜੀ ਤੌਰ ਤੇ ਅਗਨੀਪਥ ਸਕੀਮ ਦਾ ਸਮਰਥਨ ਕਰ ਰਿਹਾ। ਮੈਨੂੰ ਉਹ ਸਕੀਮ ਕਾਫੀ ਹੱਦ ਤੱਕ, ਬਹੁਤ ਵੱਡੇ ਹੱਦ ਤੱਕ ਫਾਇਦੇਮੰਦ ਲੱਗ ਰਹੀ ਹੈ। ਔਰ ਉਹ ਸਕੀਮ ਅਜਿਹੀ ਨਹੀਂ ਹੈ ਕਿ ਜੇ ਕੋਈ 4 ਸਾਲ ਵਿਦਿਆਰਥੀ ਅਗਨੀਪਥ ਦਾ ਕੋਰਸ ਕਰ ਲੇਗਾ, ਟ੍ਰੇਨਿੰਗ ਕਰ ਲੇਗਾ, ਉਹਨੂੰ 11.71 ਲੱਖ ਰੁਪਈਆ ਵੀ ਮਿਲਣਾ, ਪੌਣੇ 12 ਲੱਖ ਰੁਪਈਆ ਮਿਲਣਾ। ਉਹ ਇੱਕ ਤਰੀਕੇ ਨਾਲ 4 ਸਾਲਾਂ ਦੇ ਵਿੱਚ ਉਹਨੂੰ ਮਿਲ ਜਾਣੀ ਹੈ ਟੈਕਸ ਫ੍ਰੀ ਇਨਕਮ। ਉਹ ਛੋਟੀ ਰਕਮ ਨਹੀਂ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ। ਹਰੇਕ ਦਾ ਆਪਣਾ ਆਪਣਾ ਨਜ਼ਰੀਆ। ਕੱਲ ਭਗਵੰਤ ਮਾਨ ਨੇ ਵੀ ਵਿਰੋਧ ਕੀਤਾ, ਉਹਨਾਂ ਦੀ ਇੱਕ ਵੀਡੀਓ ਵੀ ਇਹਦੇ ਤੇ ਆਈ ਹੈ, ਜਿਹਦੇ 'ਚ ਹਰਜੋਤ ਜੀ ਭਗਵੰਤ ਮਾਨ ਅਗਨੀਪਥ ਸਕੀਮ ਦਾ ਕਾਲੇ ਕਾਨੂੰਨਾਂ ਦੇ ਨਾਲ ਮੁਕਾਬਲਾ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਮੋਦੀ ਸਾਹਿਬ ਨੂੰ ਇਹ ਕਾਲੇ ਕਾਨੂੰਨਾਂ ਦੀ ਤਰ੍ਹਾਂ ਇਹ ਸਕੀਮ ਵਾਪਸ ਲੈਣੀ ਚਾਹੀਦੀ ਹੈ। ਪਰ ਰਾਜਾ ਵੜਿੰਗ ਵੀ ਇਹਦਾ ਵਿਰੋਧ ਕਰ ਰਹੇ ਨੇ। ਔਰ ਕਾਂਗਰਸ, ਅਕਾਲੀ ਦਲ, ਜਿਹੜੇ ਆਮ ਆਦਮੀ ਪਾਰਟੀ, ਔਰ ਇਹ ਸਾਰੀਆਂ ਧਿਰਾਂ ਹਰ ਜਗ੍ਹਾ ਪਿੰਡ ਜਾ ਕੇ ਅਗਨੀਪਥ ਸਕੀਮ ਦਾ ਵਿਰੋਧ ਕਰ ਰਹੀਆਂ ਨੇ। ਸੋ ਜੇ ਸਿੱਧੂ ਮੂਸੇਵਾਲਾ ਦਾ ਮਾਮਲਾ
ਆਮ ਆਦਮੀ ਪਾਰਟੀ ਨੂੰ ਸਵਾਲਾਂ 'ਚ ਪਾ ਗਿਆ ਸੀ ਤੇ ਅਗਨੀਪਥ ਦੀ ਯੋਜਨਾ ਬੀਜੇਪੀ ਨੂੰ ਸਵਾਲਾਂ 'ਚ ਪਾ ਗਈ। ਹੁਣ ਅਜਿਹੀ ਸਥਿਤੀ ਦੇ ਵਿੱਚ ਬੀਜੇਪੀ ਦੇ ਲਈ ਵੀ ਇੱਕ ਨਵੀਂ ਚੁਣੌਤੀ ਬਣ ਗਈ ਕਿ ਅਸੀਂ ਹਲਕੇ ਦੇ ਵੋਟਰਾਂ ਦੇ ਵਿੱਚ ਇਸ ਸਕੀਮ ਬਾਰੇ ਕੀ ਪ੍ਰਚਾਰ ਕਰੀਏ। ਹਾਲਾਂਕਿ ਬੀਜੇਪੀ ਦੇ ਲੋਕ ਇਹਨੂੰ ਫਾਇਦੇਮੰਦ ਕਹਿ ਰਹੇ ਨੇ, ਪਰ ਵਿਰੋਧੀ ਕਹਿ ਰਹੇ ਨੇ ਨੁਕਸਾਨਦਾਇਕ ਹੈ। ਇਸ ਕਰਕੇ ਇਹ ਵੀ ਇੱਕ ਕਨਫਿਊਜ਼ਨ ਵਾਲੀ ਸਥਿਤੀ ਬਣ ਗਈ। ਅਗਨੀਪਥ ਸਕੀਮ ਦਾ ਵੀ ਕਿਤੇ ਨਾ ਕਿਤੇ ਅਸਰ ਇਸ ਚੋਣ ਤੇ ਪਏਗਾ। ਸੋ ਬੜੇ ਦਿਲਚਸਪ ਜਿਹੜੇ ਨੇ ਜਾਂ ਹੈਰਾਨੀਜਨਕ ਜਿਹੜੇ ਫੈਕਟਰ ਨੇ ਉਹ ਚੋਣਾਂ ਤੋਂ ਪਹਿਲਾਂ ਆਏ ਨੇ। ਦੇਖੋ ਹਜੇ ਹੈਗੀ ਅੱਜ 19 ਤਰੀਕ, ਅਗਲੇ 2 ਦਿਨਾਂ ਦੇ ਵਿੱਚ ਅਗਰ ਕੋਈ ਹੋਰ ਨਵਾਂ ਕੋਈ ਅਜਿਹਾ ਕੋਈ ਪੋਲੀਟੀਕਲ ਮਾਹੌਲ ਬਣ ਜਾਂਦਾ ਹੈ, ਕੋਈ ਨਵਾਂ ਵੱਡਾ ਐਲਾਨ ਹੋ ਜਾਂਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਜਿਹੜਾ ਅਸਰ ਹੈ ਉਹ ਇਹਨਾਂ ਜ਼ਿਮਨੀ ਚੋਣਾਂ ਦੇ ਉੱਤੇ ਪਏਗਾ, ਇਸ ਚੋਣ ਦੇ ਉੱਤੇ ਪਏਗਾ। ਜੀ ਬਿਲकुल ਤੁਸੀਂ ਸਹੀ ਕਿਹਾ, ਕਿਉਂਕਿ ਕਈ ਸਾਰੀ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਤੇ ਪੰਜਾਬ ਸਰਕਾਰ ਦੇ ਨੈਗੇਟਿਵ ਪੁਆਇੰਟ ਜ਼ਰੂਰ ਕੱਢੇ ਜਾ ਰਹੇ ਨੇ। ਜਿਵੇਂ ਕਿ ਸੁਖਬੀਰ ਬਾਦਲ ਵੀ ਬਾਰ-ਬਾਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਔਰਤਾਂ ਨੂੰ ਨਾ 1000 ਰੁਪਏ ਮਿਲੇਗਾ ਤੇ ਨਾ ਹੀ 300 ਯੂਨਿਟ ਮਾਫ ਹੋਏਗਾ। ਸੋ ਪੰਜਾਬ ਸਰਕਾਰ ਨੂੰ ਹਰ ਐਂਗਲ ਤੋਂ ਜ਼ਰੂਰ ਸਵਾਲਾਂ ਵਿੱਚ ਲਿਆ ਜਾ ਰਿਹਾ ਤੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਜੋ ਹੈ ਵੀ ਪੂਰਾ ਜ਼ੋਰ ਲਗਾ ਰਹੀ ਹੈ। ਪਰ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਕਾਂਗਰਸ ਦਾ ਇੱਕ ਹੋਰ ਸਾਬਕਾ ਐਮਐਲਏ ਗ੍ਰਿਫਤਾਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਨਾਲ ਦੀ ਨਾਲ ਜੋ ਫੂਡ ਐਂਡ ਸਿਵਲ ਸਪਲਾਈ ਮਾਮਲੇ ਵਿੱਚ ਕਈ ਘੰਟੇ ਵਿਜੀਲੈਂਸ ਦੀ ਜਾਂਚ ਵੀ ਚੱਲਦੀ ਰਹੀ, ਉਸ ਮਾਮਲੇ ਦੇ ਉੱਪਰ ਵੀ ਪੂਰੀ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ, ਕਿਉਂਕਿ ਕਿਤੇ ਨਾ ਕਿਤੇ ਅਜਿਹੀਆਂ ਕਾਰਵਾਈਆਂ ਸਾਬਕਾ ਕਾਂਗਰਸ ਐਮਐਲਏ ਦੇ ਉੱਪਰ ਹੋਣੀਆਂ ਉਹ ਵੀ ਕਿਤੇ ਨਾ ਕਿਤੇ ਨੈਗੇਟਿਵ ਫੈਕਟਰ ਕਾਂਗਰਸ ਪਾਰਟੀ ਦਾ ਜ਼ਰੂਰ ਦਿਖਾਉਂਦੀਆਂ ਤੇ ਉਹਦਾ ਵੀ ਅਸਰ ਜੋ ਹੈ ਸੰਗਰੂਰ ਜ਼ਿਮਨੀ ਚੋਣਾਂ ਤੇ ਜ਼ਰੂਰ ਪੈਂਦਾ ਦਿਖ ਰਿਹਾ ਹੈ। ਬਿਲਕੁਲ, ਦੇਖੋ ਭਗਵੰਤ ਮਾਨ ਤਾਂ ਕਾਂਗਰਸ ਦੇ ਕੁਝ ਲੀਡਰਾਂ ਦੀ ਕਰਪਸ਼ਨ ਨੂੰ ਮੁੱਦਾ ਬਣਾ ਰਹੇ ਨੇ। ਉਹ ਕਹਿ ਰਹੇ ਨੇ ਕਾਂਗਰਸੀਆਂ ਦੀ, ਕਰਪਟ ਕਾਂਗਰਸੀਆਂ ਦੀ ਮੇਰੇ ਕੋਲੇ ਲਿਸਟ ਹੈ, ਹਜੇ ਤਾਂ ਸ਼ੁਰੂ ਹੋਇਆ ਕੰਮ, ਹਜੇ ਤਾਂ ਕਈ ਹੋਰ ਅੰਦਰ ਜਾਣਗੇ। ਔਰ ਇਹਦੇ ਦਰਮਿਆਨ ਸਾਨੂੰ ਪਤਾ ਹੈ ਕਿ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਜੋਗਿੰਦਰਪਾਲ ਭੋਆ, ਉਹ ਭੋਆ ਤੋਂ ਐਮਐਲਏ ਨੇ, ਜਿਹੜੇ ਕਟਾਰੂ ਕੱਚ ਹੋਣੀ ਨੇ ਜਿਹੜੇ ਮੰਤਰੀ ਨੇ ਕੈਬਨਿਟ, ਉਹਨਾਂ ਨੇ ਜੋਗਿੰਦਰਪਾਲ ਉਹਨਾਂ ਨੂੰ ਹਰਾਇਆ। ਹਾਲਾਂਕਿ ਫਰਕ ਉਹਨਾਂ ਦੀ ਜਿਹੜੀ ਜਿੱਤ ਹਾਰ ਦਾ ਸੀ ਉਹ 2000 ਤੋਂ ਵੀ ਘੱਟ ਸੀ, 1500 ਤੋਂ ਵੀ ਘੱਟ ਸੀ। ਹੁਣ ਜੋਗਿੰਦਰਪਾਲ ਉਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਔਰ ਜੋਗਿੰਦਰਪਾਲ ਭੋਆ ਪਹਿਲੀ ਵਾਰੀ 2017 ਦੇ ਵਿੱਚ ਵਿਧਾਇਕ ਬਣੇ ਸੀ। ਇਸ ਵਾਰ 2022 'ਚ ਉਹਨਾਂ ਨੂੰ ਟਿਕਟ ਮਿਲੀ ਸੀ। ਭਾਰੀ ਵਿਰੋਧ ਤੋਂ ਬਾਅਦ ਉਹਨਾਂ ਨੂੰ ਟਿਕਟ ਮਿਲੀ। ਚਰਨਜੀਤ ਚੰਨੀ ਉਹਨਾਂ ਦੀ ਬਹੁਤ ਸਮਰਥਨ ਕਰਦੇ ਸੀ, ਪਰ ਜੋਗਿੰਦਰਪਾਲ ਭੋਆ ਹਾਰ ਗਏ। ਹੁਣ ਇਹ ਚਰਚਾ 'ਚ ਕਦੋਂ ਆਏ ਜੋਗਿੰਦਰਪਾਲ ਭੋਆ? ਮੀਡੀਆ ਦੇ ਵਿੱਚ ਸੁਰਖੀਆਂ 'ਚ ਬਣ ਗਏ। ਇੱਕ ਪ੍ਰੋਗਰਾਮ ਸੀ, ਜਨਤਕ ਪ੍ਰੋਗਰਾਮ ਸੀ, ਉਹਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਕਿ ਇਹਨਾਂ ਨੇ ਇੱਕ ਨੌਜਵਾਨ ਦੇ ਥੱਪੜ ਮਾਰਿਆ ਸੀ। ਸੋ ਇਹ ਪਤਾ ਲੱਗਿਆ ਪ੍ਰਤਾਪ ਬਾਜਵਾ ਦੇ ਕਰੀਬੀ। ਹਾਲਾਂਕਿ ਉਹ ਬਾਅਦ ਦੇ ਵਿੱਚ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਸੀ ਔਰ ਉਹਨਾਂ ਨੇ ਜਿਹੜੀ ਉਹ ਜਨਤਕ ਹੋਈ ਸੀ ਵੀਡੀਓ, ਉਹਦੇ ਵਿੱਚ ਆਪਣਾ ਜਿਹੜਾ ਪੱਖ ਹੈ ਉਹਨਾਂ ਨੇ ਉਹ ਵੀ ਦੱਸਿਆ ਸੀ। ਔਰ ਉਹ ਮਾਮਲਾ ਕਿਤੇ ਨਾ ਕਿਤੇ ਕੁਝ ਦਿਨ ਸੁਰਖੀਆਂ ਬਣਿਆ ਰਿਹਾ ਸੀ। ਔਰ ਇਹਨਾਂ ਦਾ ਕੁਝ ਜਿਹੜਾ ਸਮਾਨ ਹੈ ਉਹ ਫੜਿਆ ਸੀ, ਮਸ਼ੀਨ ਸੀ, ਟਰੈਕਟਰ ਟਰਾਲੀ ਸੀ, ਕਿਹਾ ਜਾ ਰਿਹਾ ਸੀ ਕਿ ਇਹਨਾਂ ਤੋਂ ਜਿਹੜਾ ਹੈਗਾ ਬਰਾਮਦ ਕੀਤਾ। ਉਸ ਤੋਂ ਬਾਅਦ ਜਾਂਚ ਹੋਈ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗੈਰ ਕਾਨੂੰਨੀ ਮਾਈਨਿੰਗ ਦੇ ਤਹਿਤ, ਮਾਈਨਿੰਗ ਐਕਟ ਦੇ ਤਹਿਤ। ਹੁਣ ਸਵਾਲ ਇਹ ਹੈ ਕਿ ਰਾਜਾ ਵੜਿੰਗ ਹੋਣੀ ਵੀ, ਉਹਨਾਂ ਨੇ ਵੀ ਬਿਆਨ ਦਿੱਤਾ। ਰਾਜਾ ਵੜਿੰਗ ਕਹਿੰਦੇ ਕਿ ਭਗਵੰਤ ਮਾਨ ਦੀ ਸਰਕਾਰ ਬਦਲਾਖੋਰੂ ਨੀਤੀ ਦੇ ਤਹਿਤ ਕਾਂਗਰਸ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਸੋ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਕਾਰਵਾਈ ਹੈ। ਦੂਜੇ ਪਾਸੇ ਕਿਉਂਕਿ ਭਗਵੰਤ ਮਾਨ ਲਗਾਤਾਰ ਕਰਪਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ, ਉਹਨਾਂ ਨੇ ਆਪਣਾ ਮੰਤਰੀ ਇੱਕ ਬਰਖਾਸਤ ਕਰਕੇ ਜੇਲ੍ਹ 'ਚ ਭੇਜਤਾ। ਭਗਵੰਤ ਮਾਨ ਰੁਕਣ ਵਾਲੇ ਨਹੀਂ ਹੈ ਔਰ ਵਿਜੀਲੈਂਸ ਬਿਊਰੋ ਨੂੰ ਉਹਨਾਂ ਨੇ ਖੁੱਲਾ ਹੱਥ ਹਰਜੋਤ ਜੀ ਦਿੱਤਾ ਹੋਇਆ। ਔਰ ਤੁਸੀਂ ਦੇਖੋ ਵਿਜੀਲੈਂਸ ਬਿਊਰੋ ਤੋਂ ਪਤਾ ਲੱਗਿਆ ਹੈ ਕਿ ਪਰਸੋਂ ਔਰ ਕੱਲ ਵਿਜੀਲੈਂਸ ਬਿਊਰੋ ਲਗਾਤਾਰ ਪੜਤਾਲ ਕਰ ਰਹੀ ਹੈ ਟੈਂਡਰ ਵਾਲੇ ਮਸਲੇ ਦੀ। ਜਿਹੜੇ ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦੇ ਵਿੱਚ ਮੰਡੀਆਂ ਦੇ ਟੈਂਡਰ ਹੋਏ ਸੀ, ਉਹਨਾਂ ਸਾਰੀਆਂ ਫਾਈਲਾਂ ਨੂੰ, ਟੈਂਡਰਾਂ ਦੀਆਂ ਫਾਈਲਾਂ ਨੂੰ ਫਰੋਲਿਆ ਜਾ ਰਿਹਾ ਹੈ, ਜਾਣਕਾਰੀ ਲਈ ਜਾ ਰਹੀ ਹੈ। ਸੋ ਬੜੀ ਬਰੀਕੀ ਦੇ ਨਾਲ ਉਹਦੇ 'ਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਹਰਜੋਤ ਜੀ। ਔਰ ਮੰਨਿਆ ਇਹ ਜਾ ਰਿਹਾ ਹੈ ਕਿ ਫੂਡ ਐਂਡ ਸਿਵਲ ਸਪਲਾਈ ਮਹਿਕਮਾ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕੋਈ ਠੋਸ ਸਬੂਤਾਂ ਤੱਕ ਪਹੁੰਚਣਾ ਚਾਹੁੰਦਾ ਹੈ। ਇਹ ਤਾਂ ਨਹੀਂ ਹਜੇ ਤੱਕ ਸੂਤਰ ਦੱਸ ਰਹੇ ਕਿ ਕੀ ਵਿਜੀਲੈਂਸ ਬਿਊਰੋ ਕੋਲੇ ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦੇ ਟੈਂਡਰਾਂ ਦੇ ਵਿੱਚ ਗੜਬੜੀ ਦੇ ਕੋਈ ਪੱਕੇ ਸਬੂਤ ਹੱਥ ਲੱਗੇ ਨੇ, ਕਿਉਂਕਿ ਜਦ ਤੱਕ ਪੱਕੇ ਸਬੂਤ ਹੱਥ ਨਹੀਂ ਲੱਗਦੇ ਤਦ ਤੱਕ ਉਹਦੇ ਬਾਰੇ ਜਿਹੜੀ ਮੁਕੰਮਲ ਰਿਪੋਰਟ ਹੈ ਉਹ ਤਿਆਰ ਨਹੀਂ ਹੁੰਦੀ, ਤਦ ਤੱਕ ਅੱਗੇ ਕਾਨੂੰਨੀ ਕਾਰਵਾਈ ਗ੍ਰਿਫਤਾਰੀ ਵਾਲੀ ਸ਼ੁਰੂ ਨਹੀਂ ਹੋ ਸਕਦੀ। ਔਰ ਪਤਾ ਲੱਗਿਆ ਕਿ ਭਗਵੰਤ ਮਾਨ ਲਗਾਤਾਰ ਵਿਜੀਲੈਂਸ ਬਿਊਰੋ ਦੇ ਸੰਪਰਕ 'ਚ ਨੇ
ਔਰ ਵਿਜੀਲੈਂਸ ਬਿਊਰੋ ਦੇ ਜਿਹੜੇ ਵੱਡੇ ਅਫਸਰ ਨੇ ਉਹ ਕਰਪਸ਼ਨ ਦੇ ਮਾਮਲਿਆਂ ਦੀ ਇਨਵੈਸਟੀਗੇਸ਼ਨ ਦੀ ਰਿਪੋਰਟ ਹੈ ਜਿਹੜੀ ਉਹ ਪਲ ਪਲ ਆਪਣੇ ਵੱਡੇ ਅਫਸਰਾਂ ਨੂੰ ਸੌਂਪ ਰਹੇ ਨੇ, ਔਰ ਜਿਨ੍ਹਾਂ ਤੋਂ ਸਾਰੀ ਜਿਹੜੀ ਰਿਪੋਰਟ ਹੈ ਇਨਵੈਸਟੀਗੇਸ਼ਨ ਹੈ ਉਹ ਭਗਵੰਤ ਮਾਨ ਹੋਣਾ ਤੱਕ ਭੇਜੀ ਜਾ ਰਹੀ ਹੈ। ਸੋ ਖਦਸ਼ਾ ਇਹ ਵੀ ਹੈ, ਇਹ ਵੀ ਇੱਕ ਰਣਨੀਤੀ ਹੋ ਸਕਦੀ ਹੈ, ਕਿਉਂਕਿ ਸਰਕਾਰ ਕਰਪਸ਼ਨ ਦੇ ਖਿਲਾਫ ਲੜ ਰਹੀ ਹੈ। ਸਰਕਾਰ ਇਹ ਹਦਾਇਤਾਂ ਦੇ ਸਕਦੀ ਹੈ ਕਿ ਜਲਦ ਤੋਂ ਜਲਦ ਅਗਰ ਕੋਈ ਸਬੂਤ ਮਿਲਦੇ ਨੇ ਤਾਂ ਫਿਰ ਜਿਹੜੇ ਵੀ ਲੋਕ ਜ਼ਿੰਮੇਦਾਰ ਨੇ ਉਹਦੇ ਵਿੱਚ, ਚਾਹੇ ਕੋਈ ਅਫਸਰ ਨੇ ਚਾਹੇ ਕੋਈ ਸਾਬਕਾ ਵਿਧਾਇਕ ਨੇ, ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ। ਔਰ ਕੋਈ ਵੱਡੀ ਗੱਲ ਨਹੀਂ ਕਿ ਸਰਕਾਰ ਚਾਹੁੰਦੀ ਹੋਵੇ ਕਿ ਅਗਰ ਸੰਗਰੂਰ ਦੀਆਂ ਚੋਣਾਂ ਤੋਂ ਪਹਿਲਾਂ ਅਗਰ ਕੋਈ ਹੋਰ ਠੋਸ ਸਬੂਤ ਦੇ ਆਧਾਰ ਤੇ ਅਗਰ ਕਿਸੇ ਕਾਂਗਰਸ ਦੇ ਹੋਰ ਲੀਡਰ ਦੀ ਵੀ ਗ੍ਰਿਫਤਾਰੀ ਹੋ ਜਾਏ ਤੇ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ, ਬਲਕਿ ਉਹਦਾ ਸਿਆਸੀ ਫਾਇਦਾ ਹੀ ਮਿਲੂਗਾ। ਇਹ ਚੀਜ਼ਾਂ ਪੋਲਿਟਿਕਸ ਦੇ ਵਿੱਚ ਸੰਭਵ ਨੇ, ਕਿਉਂਕਿ ਬਿਆਨ ਸ਼ਰੇਆਮ ਆ ਰਹੇ ਨੇ, ਬਿਆਨ ਬਿਨਾਂ ਡਰਦੇ ਦਿੱਤੇ ਜਾ ਰਹੇ ਨੇ ਕਿ ਸਾਡੇ ਕੋਲੇ ਲਿਸਟਾਂ ਹੋਰ ਵੀ ਨੇ, ਇਨਵੈਸਟੀਗੇਸ਼ਨ ਹੋ ਰਹੀ ਹੈ, ਜਦੋਂ ਸਬੂਤ ਮਿਲ ਗਏ ਤੇ ਅਸੀਂ ਹੋਰ ਵੀ ਅੰਦਰ ਦੇਵਾਂਗੇ। ਸੋ ਇਹ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਵਿਜੀਲੈਂਸ ਬਿਊਰੋ ਦੀ ਡਿਊਟੀ ਲੱਗੀ ਹੈ, ਉਹ ਲਗਾਤਾਰ ਪੜਤਾਲ ਕਰ ਰਹੇ ਨੇ, ਸਬੂਤ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਔਰ ਜਦੋਂ ਹੀ ਠੋਸ ਸਬੂਤ ਹੱਥ ਲੱਗੇ ਤਾਂ ਕਿਸੇ ਨਾ ਕਿਸੇ ਹੋਰ ਸਾਬਕਾ ਵਿਧਾਇਕ ਜਾਂ ਮੰਤਰੀ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਸਰਕਾਰ ਹੈ ਜਿਹੜੀ ਉਹ ਕਿਸੇ ਵੀ ਕੀਮਤ ਤੇ ਕਰਪਸ਼ਨ ਦੇ ਖਿਲਾਫ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟ ਰਹੀ, ਔਰ ਅਗਰ ਇਸ ਸਟੈਂਡ ਦੇ ਮੱਦੇਨਜ਼ਰ ਕੋਈ ਹੋਰ ਵਾਧੂ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਉਹਦੇ ਨਾਲ ਵੀ ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਨੂੰ ਫਾਇਦਾ ਸਰਕਾਰੀ ਧਿਰ ਨੂੰ ਮਿਲ ਸਕਦਾ ਹੈ, ਕਿਉਂਕਿ ਉਂਝ ਸਰਕਾਰ ਕੋਈ ਐਲਾਨ ਨਹੀਂ ਕਰ ਸਕਦੀ ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਪਰ ਕਾਨੂੰਨੀ ਕਾਰਵਾਈਆਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੁੰਦੀ, ਔਰ ਕਾਨੂੰਨੀ ਕਾਰਵਾਈਆਂ ਦਾ ਜਿਹੜਾ ਹੈਗਾ ਸਿੱਧੇ ਤੌਰ ਤੇ ਜਿਹੜਾ ਹੈਗਾ ਉਹ ਸੱਤਾ ਧਿਰ ਨੂੰ ਫਾਇਦਾ ਮਿਲ ਜਾਂਦਾ ਹੈ ਅਗਰ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੂੰ ਕਰਪਸ਼ਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜਾਵੇ। ਸੋ ਇਹ ਚੀਜ਼ਾਂ ਅਸੀਂ ਆਮ ਦੇਖਦੇ ਹਾਂ। ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੇਲੇ ਵੀ ਇਲਜ਼ਾਮ ਲੱਗਦੇ ਸੀ, ਪੰਜਾਬ 'ਚ ਵੀ ਚਰਨਜੀਤ ਚੰਨੀ ਹੋਣਾ ਦੀ ਧਿਰ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੀ ਛਾਪੇਮਾਰੀ ਜਿਹੜੀ ਹੋਈ ਹੈ। ਸੋ ਸਮੇਂ-ਸਮੇਂ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸੱਤਾਧਾਰੀ ਧਿਰ ਤੇ ਹਰਜੋਜੀ ਇਲਜ਼ਾਮ ਲਾਉਂਦੀਆਂ ਰਹਿੰਦੀਆਂ ਨੇ ਕਿ ਸਾਨੂੰ ਜਾਣ-ਬੁੱਝ ਕੇ ਈਡੀ ਭੇਜ ਦਿੱਤੀ ਜਾਂਦੀ ਹੈ, ਪਹਿਲਾਂ CBI ਭੇਜ ਦਿੱਤੀ ਜਾਂਦੀ ਹੈ ਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਸੋ ਇਸ ਤਰੀਕੇ ਦੇ ਇਲਜ਼ਾਮ ਲਗਾਤਾਰ ਲੱਗਦੇ ਨੇ, ਪਰ ਵਿਜੀਲੈਂਸ ਬਿਊਰੋ ਨੂੰ ਸਰਕਾਰ ਨੇ ਖੁੱਲੀ ਹਦਾਇਤ ਦਿੱਤੀ ਹੈ ਕਿ ਤੁਸੀਂ ਜਾਂਚ ਕਰੋ, ਠੋਸ ਸਬੂਤ ਲੱਭੋ, ਔਰ ਜਿੱਦਾਂ ਹੀ ਕੋਈ ਸਬੂਤ ਲੱਭਦੇ ਨੇ ਇਸ ਟੈਂਡਰ ਵਾਲੇ ਮਾਮਲੇ ਦੇ ਵਿੱਚ ਵੀ ਫੂਡ ਐਂਡ ਸਿਵਲ ਸਪਲਾਈ ਦੇ, ਤੇ ਵੱਡੀ ਕਾਰਵਾਈ ਵਿਜੀਲੈਂਸ ਦੀ ਨਜ਼ਰ ਆ ਸਕਦੀ ਹੈ। ਜੀ ਡੱਲਾ ਜੀ, ਇੱਥੇ ਇਹ ਵੀ ਜਾਣਨਾ ਚਾਹਾਂਗੇ ਕਿ ਅਗਨੀਪਥ ਯੋਜਨਾ ਨੂੰ ਲੈ ਕੇ ਕੀ ਤਾਜ਼ਾ ਅਪਡੇਟ ਹੈ, ਕੋਈ ਜਾਣਕਾਰੀ ਜੋ ਆਪਾਂ ਜ਼ਰੂਰੀ ਹੈ ਜੋ ਦਰਸ਼ਕਾਂ ਤੱਕ ਪਹੁੰਚਾਈ ਜਾਵੇ। ਬਿਲਕੁਲ ਜੀ, ਦੇਖੋ ਅਗਨੀਪਥ ਯੋਜਨਾ ਦੇ ਉੱਤੇ ਕਿਉਂਕਿ ਪਹਿਲਾਂ ਵੀ ਮੈਂ ਕਹਿ ਰਿਹਾ ਕਿ ਬਹੁਤ ਵੱਡੀ ਫਾਇਦੇ ਵਾਲੀ ਸਕੀਮ ਹੈ, ਬਹੁਤ ਫਾਇਦੇ ਨੇ ਇਹਦੇ, ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨਾਪਸੰਦ ਵੀ ਹੈ। ਡੈਮੋਕ੍ਰੇਸੀ ਹੈ, ਹਿੰਸਕ ਪ੍ਰਦਰਸ਼ਨਾਂ ਤੋਂ ਬਿਨਾਂ ਸਿਹਤਮੰਦ ਡਿਬੇਟ ਹੋ ਸਕਦੀ ਹੈ, ਉਹ ਜ਼ਰੂਰ ਆਪਣੀ ਆਵਾਜ਼ ਬੁਲੰਦ ਕਰਨ, ਪਰ ਧਰਨੇ ਪ੍ਰਦਰਸ਼ਨ ਜਿਹੜੀ ਸਾੜ ਫੂਕ ਹੈ ਉਹਦੇ ਤੋਂ ਬਚਿਆ ਜਾਣਾ ਚਾਹੀਦਾ। ਉਧਰ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੇ ਏਅਰ ਚੀਫ ਮਾਰਸ਼ਲ ਨੇ VR ਚੌਧਰੀ, ਅੱਜ ਉਹਨਾਂ ਦਾ ਵੀ ਬਿਆਨ ਆਇਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਚੰਗੀ ਤਰ੍ਹਾਂ ਇਸ ਸਕੀਮ ਦੀ ਜਾਣਕਾਰੀ ਲੈਣ। ਇਹ ਸ਼ੰਕੇ ਪ੍ਰਗਟ ਹੋ ਰਹੇ ਨੇ ਕਿ ਕਾਲੀ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨਾਂ ਨੇ ਚੰਗੀ ਤਰ੍ਹਾਂ ਇਸ ਸਕੀਮ ਨੂੰ ਪੜ੍ਹਿਆ ਨਹੀਂ। ਸੋ VR ਚੌਧਰੀ ਨੇ ਜਿਹੜੇ ਉਹਨਾਂ ਨੇ ਸਪਸ਼ਟ ਕੀਤਾ ਕਿ ਭਾਰਤ ਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਇਹ ਵੀ ਕਹਿਤਾ ਕਿ ਜਿਹੜੇ ਸਾਡੇ ਨੌਜਵਾਨ ਨੇ, ਜਿਹੜੇ 17.5 ਤੋਂ 21 ਜਾਂ 23 ਸਾਲ ਦੇ ਸਾਡੇ ਨੌਜਵਾਨ ਨੇ, ਜਿਹੜੇ ਆਪਣੀ 4 ਸਾਲ ਦੀ ਸੇਵਾ ਪੂਰੀ ਕਰਨਗੇ, CAPF ਕੇਂਦਰ ਸਰਕਾਰ ਦੀ CAPF ਇਹਦੇ ਵਿੱਚ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇਗੀ। ਅਸਮ ਰਾਈਫਲਸ ਹੈ, ਉਹਦੇ ਵਿੱਚ ਵੀ ਜਿਹੜੇ ਰਿਜ਼ਰਵੇਸ਼ਨ ਮਿਲੇਗੀ, ਜੌਬ ਰਿਜ਼ਰਵੇਸ਼ਨ ਮਿਲੇਗੀ। ਇਸ ਤੋਂ ਇਲਾਵਾ ਜਿਹੜਾ ਸਾਡਾ ਰੱਖਿਆ ਮੰਤਰਾਲਾ ਹੈ, ਉਹਨੇ ਇਹ ਸਾਰੇ ਜਿਹੜੇ ਵਿਦਿਆਰਥੀ ਜਾਂ ਜਿਹੜੇ ਸਾਡੇ ਅਗਨਵੀਰ ਹੋਣਗੇ 4 ਸਾਲ ਵਾਲੇ, ਇਹਨਾਂ ਲਈ 10% ਦੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਪੇਸ਼ ਕੀਤੀ ਹੈ। ਸੋ ਕਈ ਨਵੀਂ ਤਰ੍ਹਾਂ ਦੇ ਜਿਹੜੇ ਸੁਝਾਅ ਰਹੇ ਨੇ। ਹਰਜੋਤ ਜੀ, ਮੈਨੂੰ ਇਹ ਲੱਗਦਾ ਕਿ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਵਿਰੋਧ ਤਾਂ ਕਰ ਰਹੀਆਂ ਨੇ, ਪਰ ਆਪਣੇ ਵੱਲੋਂ ਪ੍ਰਸਤਾਵ ਨਹੀਂ ਲਿਆ ਰਹੀਆਂ। ਭਗਵੰਤ ਮਾਨ ਉਹਨਾਂ ਨੇ ਵੀ ਕੱਲ ਵਿਰੋਧ ਕੀਤਾ। ਜੇ ਭਗਵੰਤ ਮਾਨ ਇਹ ਕਹਿ ਦੇਣ ਕਿ ਜਿਹੜੇ ਵੀ ਸਾਡੇ ਪੰਜਾਬ ਦੇ ਨੌਜਵਾਨ 4 ਸਾਲ ਫੌਜ ਦੀ ਸੇਵਾ ਕਰਨਗੇ, 21 ਸਾਲ ਦੀ ਉਮਰ ਹੈ ਉਹਨਾਂ ਦੀ ਜਦੋਂ ਉਹ ਆਉਣਗੇ, 21 ਜਾਂ 22 ਸਾਲ ਵਾਲੀ,
ਤੇ ਅਸੀਂ ਉਹਨਾਂ ਨੂੰ ਪੰਜਾਬ ਪੁਲਿਸ 'ਚ ਸਿੱਧੀ ਭਰਤੀ ਦੇਵਾਂਗੇ। ਤੁਸੀਂ ਦੇਖੋ ਪੰਜਾਬ 'ਚ ਭਗਵੰਤ ਮਾਨ ਹੋਣਾ ਦੀ ਕਿੰਨੀ ਸ਼ਲਾਘਾ ਹੁੰਦੀ ਹੈ। ਬਿਲਕੁਲ ਜਿਹੜੇ ਆਰਮੀ ਦੀ ਸੇਵਾ 'ਚ ਆਉਣਗੇ ਉਹਨਾਂ ਨੂੰ ਬਹੁਤ ਛੋਟੀ ਪ੍ਰਕਿਰਿਆ ਦੇ ਨਾਲ ਸਿੱਧਾ ਭਰਤੀ ਕੀਤਾ ਜਾ ਸਕਦਾ ਪੰਜਾਬ ਦੀ ਪੁਲਿਸ 'ਚ, ਔਰ ਪੰਜਾਬ ਦੀ ਜਿਹੜੀ ਪੁਲਿਸ ਫੋਰਸ ਹੈ ਉਹ ਹੋਰ ਮਜ਼ਬੂਤ ਹੋਏਗੀ, ਕਿਉਂਕਿ ਪੰਜਾਬ ਪੁਲਿਸ ਦੀ ਟ੍ਰੇਨਿੰਗ ਵੀ ਬਹੁਤ ਚੰਗੀ ਟ੍ਰੇਨਿੰਗ ਹੈ, ਫੌਜ ਦੀ ਟ੍ਰੇਨਿੰਗ ਵੀ ਬਹੁਤ ਚੰਗੀ ਟ੍ਰੇਨਿੰਗ ਹੈ, ਔਰ ਦੋਹਾਂ ਤਰੀਕਿਆਂ ਨਾਲ ਜਿਹੜੇ ਸਾਡੇ ਟ੍ਰੇਨਡ ਸਾਡੇ ਫੌਜੀ ਨੇ ਉਹ ਪੰਜਾਬ ਪੁਲਿਸ ਨੂੰ ਮਿਲਣਗੇ। ਔਰ ਜਿਹੜੇ ਫੌਜ ਦੇ ਜ਼ਰੀਏ ਪੰਜਾਬ ਪੁਲਿਸ 'ਚ ਅਸੀਂ ਭਰਤੀ ਕਰਾਂਗੇ, ਅਸੀਂ ਸਿੱਧੇ ਉਹਨਾਂ ਨੂੰ ਆਪਣੀਆਂ ਸਰਹੱਦਾਂ ਤੇ ਵੀ ਤੈਨਾਤ ਕਰ ਸਕਦੇ ਹਾਂ, ਜਿਹੜੇ BSF ਨਾਲ ਮਿਲ ਕੇ ਕੰਮ ਕਰ ਸਕਦੇ ਨੇ। ਸੋ ਗੱਲ ਇਹ ਹੈ ਕਿ ਸੂਬੇ ਦੀਆਂ ਸਰਕਾਰਾਂ ਨੂੰ ਰੈਮੇਡੀ ਲੈ ਕੇ ਆਉਣੀ ਚਾਹੀਦੀ। ਨਾ ਪੱਛਮੀ ਬੰਗਾਲ ਦੀ ਸਰਕਾਰ ਨੇ ਕਿਹਾ, ਪੱਛਮੀ ਬੰਗਾਲ ਨੂੰ ਕਿੰਨੀ ਵੱਡੀ ਚੁਣੌਤੀ ਹੈ ਸਰਹੱਦਾਂ ਤੇ। ਮਮਤਾ ਬਨਰਜੀ ਜੀ ਕਹਿਣ ਕਿ ਜਿਹੜੇ ਵੀ ਇਹ 4 ਸਾਲ ਵਾਲੇ ਸਾਡੇ ਅਗਨੀਵੀਰ ਹੋਣਗੇ, ਅਸੀਂ ਉਹਨਾਂ ਨੂੰ ਪੱਛਮੀ ਬੰਗਾਲ ਦੀ ਪੁਲਿਸ 'ਚ ਡਾਇਰੈਕਟ ਰਿਕਰੂਟਮੈਂਟ ਦੇਵਾਂਗੇ। ਸੂਬੇ ਦੀਆਂ ਸਰਕਾਰਾਂ ਕਾਨੂੰਨ ਬਣਾ ਕੇ ਡਾਇਰੈਕਟ ਰਿਕਰੂਟਮੈਂਟ ਵੀ ਦੇ ਸਕਦੀਆਂ ਨੇ। ਦਿੱਲੀ ਦੀ ਸਰਕਾਰ ਕਹੇ ਅਰਵਿੰਦ ਕੇਜਰੀਵਾਲ, ਚਲੋ ਉਹਨਾਂ ਕੋਲੇ ਤਾਂ ਪੁਲਿਸ ਹੈ ਨਹੀਂ, ਪਰ ਹੋਮ ਮਿਨਿਸਟਰੀ ਵੀ ਇਹਦੇ ਤੇ ਜਿਹੜੀ ਹੈ ਦੇਸ਼ ਦੀਆਂ ਜਿੰਨੀਆਂ ਵੀ ਪੁਲਿਸ ਫੋਰਸਸ ਨੇ ਉਹਨਾਂ ਨੂੰ ਰਿਕਮੈਂਡ ਕਰ ਸਕਦੀ ਹੈ ਰਿਜ਼ਰਵੇਸ਼ਨ। ਇਹਦੇ ਤੇ ਕੋਈ ਰਿਜ਼ਰਵੇਸ਼ਨ ਪਾਲਿਸੀ ਆ ਜਾਣੀ ਚਾਹੀਦੀ ਹੈ। ਸੋ ਮੈਨੂੰ ਇਹ ਲੱਗਦਾ ਕਿ ਸਾੜ ਫੂਕ ਕਰਨ ਦੀ ਬਜਾਏ ਚੰਗੇ ਤਰੀਕੇ ਨਾਲ ਬਿਨਾਂ ਦੇਖੋ ਸਾਡੀ ਫੌਜ ਦਾ ਫੈਸਲਾ ਹੈ, ਫੌਜ ਦੇ ਫੈਸਲੇ ਨੂੰ ਇਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਆਂ ਨੂੰ ਨਿੰਦਣਾ ਨਹੀਂ ਚਾਹੀਦਾ। ਮੈਂ ਚਾਹੁੰਦਾ ਕਿ ਪੋਲੀਟੀਕਲ ਪਾਰਟੀਆਂ ਨੂੰ ਇਸ ਮਸਲੇ ਤੇ ਆਲ ਪਾਰਟੀ ਮੀਟਿੰਗ ਕਰਨੀ ਚਾਹੀਦੀ ਹੈ ਦੇਸ਼ 'ਚ। ਸਾਰੀਆਂ ਕੇਜਰੀਵਾਲ ਸਾਹਿਬ, ਮਮਤਾ ਬਨਰਜੀ, ਅਕਾਲੀ ਦਲ, ਸਾਰੀਆਂ ਆਲ ਪਾਰਟੀ ਇਕੱਠੀਆਂ ਹੋਣ, ਇਕੱਠੀਆਂ ਹੋ ਕੇ ਭਾਵੇਂ ਰੱਖਿਆ ਮੰਤਰੀ ਨੂੰ ਮਿਲਣ, ਰਾਸ਼ਟਰਪਤੀ ਨੂੰ ਮਿਲਣ, ਚਾਹੇ ਫੌਜ ਦੇ ਮੁਖੀਆਂ ਤੋਂ ਸਮਾਂ ਮੰਗਣ ਔਰ ਇਸ ਯੋਜਨਾ ਨੂੰ ਸਮਝਣ। ਕਿਉਂਕਿ ਜਦੋਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਟਵੀਟ ਕਰ ਦਿੰਦੇ ਆ ਨਾ ਜੀ, ਕਈ ਵਾਰੀ ਇਹਨਾਂ ਨੂੰ ਆਪ ਅਧੂਰੀ ਜਾਣਕਾਰੀ ਹੁੰਦੀ ਆ ਪੋਲੀਟੀਕਲ ਲੀਡਰਾਂ ਨੂੰ। ਸਾਰੇ ਪੋਲੀਟੀਕਲ ਲੀਡਰ ਕੋਈ ਬਹੁਤ ਜ਼ਿਆਦਾ ਜਾਣਕਾਰੀ ਲੈ ਕੇ ਟਵੀਟ ਨਹੀਂ ਕਰਦੇ। ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਵੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਸਾਡੇ ਫੌਜ ਮੁਖੀ ਜੀ ਨੇ ਕਿਹਾ, ਜਿਹੜੇ VR ਚੌਧਰੀ ਨੇ, ਜਿਹੜੇ ਸਾਡੀ ਹਵਾਈ ਸੈਨਾ ਦੇ ਮੁਖੀ ਨੇ, ਉਹ ਕਹਿੰਦੇ ਜਿਵੇਂ ਜਿਵੇਂ ਵਿਦਿਆਰਥੀਆਂ ਨੂੰ ਇਸ ਸਕੀਮ ਦੀ ਸਾਰੇ ਤੱਥਾਂ ਦਾ ਪਤਾ ਲੱਗ ਜਾਊਗਾ, ਉਹਨਾਂ ਦੇ ਭੁਲੇਖੇ ਵੀ ਦੂਰ ਹੋਣਗੇ ਔਰ ਉਹ ਇਸ ਸਕੀਮ ਦੀ ਅਹਿਮੀਅਤ ਨੂੰ ਸਮਝਣਗੇ। ਮੈਂ ਕਈ ਪੋਲੀਟੀਕਲ ਲੀਡਰਾਂ ਦੇ ਬਿਆਨ ਸੁਣ ਰਿਹਾ ਸੀ ਹਰਜੋਤ ਜੀ, ਉਹ ਕਹਿੰਦੇ 4 ਸਾਲ ਬਾਅਦ ਸਾਡੇ ਤੁਸੀਂ ਇਹ ਜਿਹੜੇ ਜਵਾਨ ਨੇ ਇਹਨਾਂ ਨੂੰ ਤੁਸੀਂ ਰਿਟਾਇਰਮੈਂਟ ਕਰ ਦੇਣਾ, ਉਹਨਾਂ ਨੂੰ ਕੋਈ ਪੈਨਸ਼ਨ ਨਹੀਂ। 4 ਸਾਲਾਂ ਦੀ ਸਰਵਿਸ ਦਾ 11.71 ਲੱਖ ਰੁਪਏ, ਪੌਣੇ 12 ਲੱਖ ਰੁਪਏ ਫੌਜ ਨੇ ਦੇਣੇ ਨੇ। ਮੈਂ ਅੱਗੇ ਵੀ ਕਿਹਾ ਸੀ ਕਿ ਪੰਜਾਬ ਦਾ ਕੋਈ ਵੀ ਨੌਜਵਾਨ 4 ਸਾਲ ਦੀ ਸੇਵਾ ਕਰਕੇ ਆਪਣੇ ਬਾਪੂ ਜੀ ਦੇ ਸਿਰ ਕਰਜ਼ਾ ਉਤਾਰ ਸਕਦਾ। ਇਹ ਛੋਟੀ ਗੱਲ ਨਹੀਂ ਹੈਗੀ। ਇਸ ਕਰਕੇ ਗੱਲ ਇਸ ਸਕੀਮ ਨੂੰ ਸਮਝਣ ਦੀ ਜ਼ਰੂਰਤ ਹੈ ਔਰ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਔਰ ਸੂਬਾ ਸਰਕਾਰਾਂ ਨੂੰ 4 ਸਾਲਾਂ ਤੋਂ ਬਾਅਦ ਡਾਇਰੈਕਟ ਪੁਲਿਸ ਦੇ ਵਿੱਚ ਰਿਕਰੂਟਮੈਂਟ ਦੇਣ ਦੀ ਤਜਵੀਜ਼ ਕਰਨੀ ਚਾਹੀਦੀ ਹੈ। ਸਾਡੇ ਸਾਰੇ ਬਹੁਤ ਵੱਡੀ ਟ੍ਰੇਨਿੰਗ ਦੇ ਨਾਲ ਇਹ ਸਾਰੇ ਨੌਜਵਾਨ ਸਾਨੂੰ ਪੰਜਾਬ ਪੁਲਿਸ 'ਚ ਮਿਲ ਸਕਦੇ ਨੇ ਔਰ ਸਾਰੇ ਸੂਬਿਆਂ ਨੂੰ ਇਸ ਤਰੀਕੇ ਦੇ ਫੈਸਲੇ ਕਰਨੇ ਚਾਹੀਦੇ ਨੇ। ਜੀ ਡੱਲਾ ਜੀ, ਵਾਕਈ ਖਬਰਾਂ ਹਲੇ ਹੋਰ ਵੀ ਕਈ ਨੇ, ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਤੇ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਦਰਸ਼ਕ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜਦੇ ਨੇ, ਹਮੇਸ਼ਾ ਦੀ ਤਰ੍ਹਾਂ ਆਪਣੇ ਸੁਝਾਅ, ਆਪਣੇ ਵਿਚਾਰ ਕਮੈਂਟਸ ਦੇ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਰਹਿਣਗੇ। ਤੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ। ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ।